ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੋਟੀਵੇਸ਼ਨਲ ਫੀਵਰ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਿਆਂ। ਅੱਜ ਗੱਲ ਕਰਾ ਗਏ 127 ਘੰਟੇ ਮੋਟੀਵੇਸ਼ਨਲ ਫਿਲਮ ਬਾਰੇ। ਇਸ ਫਿਲਮ ਦੀ ਕਹਾਣੀ ਆਰੋਨ ਨਾਂ ਦੇ ਲੜਕੇ ਦੀ ਹੈ। ਆਰੋਨ ਨੂੰ ਦਿਖਾਇਆ ਗਿਆ ਹੈ ਜੋ ਇੱਕ ਦਿਨ ਹਾਈਕਿੰਗ ਲਈ ਕਿਸੇ ਸਥਾਨ ਤੇ ਜਾਂਦਾ ਹੈ ਅਤੇ ਇਹ ਜਗ੍ਹਾ ਪੂਰੀ ਤਰ੍ਹਾਂ ਉਜਾੜ ਹੈ, ਦੂਰੀ ਤੇ ਵੀ ਕੋਈ ਨਹੀਂ ਹੈ। ਜਦੋਂ ਉਹ ਹਾਈਕਿੰਗ ਕਰ ਰਿਹਾ ਸੀ ਤਾਂ ਆਰੋਨ ਉੱਥੇ ਦੋ ਕੁੜੀਆਂ ਨਾਲ ਮਿਲਦਾ ਹੈ। ਅਸਲ ਵਿੱਚ ਇਹ ਕੁੜੀਆਂ ਆਪਣਾ ਰਾਹ ਭੁੱਲ ਗਈਆਂ ਸਨ। ਫਿਰ ਆਰੋਨ ਉਹਨਾਂ ਨੂੰ ਪੁੱਛਦਾ ਹੈ ਕਿ ਮੈਂ ਤੁਹਾਡੀ ਇੱਕ ਹੱਦ ਤੱਕ ਮਦਦ ਕਰ ਸਕਦਾ ਹਾਂ। ਆਰੋਨ ਉਹਨਾਂ ਦੀ ਮਦਦ ਕਰਦੇ ਹੋਏ ਉਹਨਾਂ ਨੂੰ ਸਹੀ ਮਾਰਗ ਦੱਸਦਾ ਹੈ ਅਤੇ ਮੈਂ ਗਾਰੰਟੀ ਦਿੰਦਾ ਹਾਂ ਕਿ ਤੁਸੀਂ ਇਸ ਰਸਤੇ ਵਿੱਚ ਬਹੁਤ ਜ਼ਿਆਦਾ ਮਜ਼ਾ ਲੈਣ ਜਾ ਰਹੇ ਹੋ। ਹੁਣ ਉਹ ਪਹਾੜ ਵਿੱਚੋਂ ਲੰਘਣਾ ਸ਼ੁਰੂ ਕਰ ਦਿੰਦੇ ਹਨ ਅਤੇ ਇਹ ਰਸਤੇ ਬਹੁਤ ਤੰਗ ਸੀ। ਅਰੁਣ ਉੱਥੋਂ ਛਾਲ ਮਾਰਦਾ ਹੈ ਜਦੋਂ ਉਹ ਤਿੰਨੋਂ ਉਸ ਸਥਾਨ ਤੋਂ ਅੱਗੇ ਹੁੰਦੇ ਹਨ। ਇਹ ਦੇਖ ਕੇ ਉਹ ਕੁੜੀਆਂ ਇਹ ਸੋਚ ਕੇ ਡਰ ਜਾਂਦੀਆਂ ਹਨ ਕਿ ਆਰੋਨ ਹੇਠਾਂ ਡਿੱਗ ਗਿਆ ਹੈ। ਪਰ ਆਰੋਨ ਤੁਰੰਤ ਉਹਨਾਂ ਨੂੰ ਹੇਠਾਂ ਵਾਲੇ ਪਾਸੇ ਤੋਂ ਆਵਾਜ਼ ਮਾਰਦਾ। ਅਸਲ ਵਿੱਚ ਬਹੁਤ ਸਾਰਾ ਪਾਣੀ ਸੀ। ਇਹ ਇੱਕ ਪੂਲ ਸੀ। ਹੁਣ ਆਰੋਨ ਦੋਵਾਂ ਨੂੰ ਵੀ ਹੇਠਾਂ ਛਾਲ ਮਾਰਨ ਲਈ ਕਹਿੰਦਾ ਹੈ। ਫਿਰ ਇਹ ਦੋਵੇਂ ਕੁੜੀਆਂ ਇੱਕ ਕਰਕੇ ਪਾਣੀ ਵਿੱਚ ਛਾਲ ਮਾਰਦੀਆਂ ਹਨ। ਅਜਿਹਾ ਕਰਨ ਨਾਲ ਉਹਨਾਂ ਨੂੰ ਬਹੁਤ ਆਨੰਦ ਮਿਲਦਾ ਹੈ। ਉਹ ਉੱਥੇ ਬਹੁਤ ਖੁਸ਼ ਸਨ। ਇਸ ਤੋਂ ਬਾਅਦ ਉਹ ਤਿੰਨੋਂ ਆਪਣੀ ਰਸਤੇ ਵੱਲ ਅੱਗੇ ਵਧਦੇ ਹਨ। ਉਹਨਾਂ ਦੋਹਾਂ ਕੁੜੀਆਂ ਨੂੰ ਆਪਣੇ ਘਰ ਜਾਣਾ ਸੀ। ਆਰੋਨ ਉਹਨਾਂ ਨੂੰ ਪੁੱਛਦਾ ਹੈ ਕਿ ਸਾਨੂੰ ਦੁਬਾਰਾ ਮਿਲਣ ਦਾ ਮੌਕਾ ਮਿਲੇਗਾ। ਉਹਨਾਂ ਵਿਚਕਾਰ ਇੱਕ ਕੁੜੀ ਨੇ ਉਸ ਨੂੰ ਕਿਹਾ, ਕੱਲ੍ਹ ਰਾਤ ਸਾਡੀ ਪਾਰਟੀ ਹੈ, ਤੁਸੀਂ ਉੱਥੇ ਵੀ ਆ ਸਕਦੇ ਹੋ। ਬਾਅਦ ਵਿੱਚ ਆਰੋਨ ਉਹਨਾਂ ਨੂੰ ਅਲਵਿਦਾ ਕਹਿ ਕੇ ਚਲਾ ਜਾਂਦਾ ਹੈ। ਆਰੋਨ ਹੁਣ ਪਹਾੜੀ ਖੇਤਰ ਵਿੱਚ ਅੱਗੇ ਵਧ ਰਿਹਾ ਸੀ, ਪਰ ਇਹਨਾਂ ਖੇਤਰਾਂ ਦੇ ਰਸਤੇ ਇੰਨੇ ਤੰਗ ਅਤੇ ਖਤਰੇ ਵਾਲੇ ਹਨ। ਜਦੋਂ ਆਰੋਨ ਦੋ ਤੰਗ ਪਹਾੜਾਂ ਤੋਂ ਹੇਠਾਂ ਆਉਂਦਾ ਹੈ, ਇੱਕ ਵੱਡੀ ਚੱਟਾਨ ਹੈ। ਜਦੋਂ ਆਰੋਨ ਉਸ ਚੱਟਾਨ ਦਾ ਸਹਾਰਾ ਲੈ ਰਿਹਾ ਸੀ, ਉਸੇ ਸਮੇਂ ਉਹ ਚੱਟਾਨ ਖਿਸਕ ਜਾਂਦੀ ਹੈ। ਫਿਰ ਆਰੋਨ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਥੱਲੇ ਡਿੱਗਦੇ ਹੋਏ ਉਸਦੇ ਦੇ ਸੱਜੇ ਹੱਥ ਤੇ ਪੱਥਰ ਡਿੱਗਦਾ ਹੈ। ਹੁਣ ਆਰੋਨ ਦਾ ਹੱਥ ਦੋ ਤੰਗ ਪਹਾੜੀ ਦੇ ਵਿਚਕਾਰ ਇੱਕ ਚੱਟਾਨ ਦੇ ਹੇਠਾਂ ਫਸ ਗਿਆ ਹੈ। ਜਦਕਿ ਉਸ ਨੂੰ ਜ਼ਿਆਦਾ ਸੱਟ ਨਹੀਂ ਲੱਗੀ ਸੀ, ਪਰ ਉਸ ਦਾ ਹੱਥ ਉਸ ਥਾਂ ਤੋਂ ਨਹੀਂ ਨਿਕਲ ਰਿਹਾ ਸੀ। ਉਹ ਉੱਥੋਂ ਆਪਣਾ ਹੱਥ ਛੁਡਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ ਪਰ ਵਿਅਰਥ ਜਾਂਦੀ ਹੈ। ਜਦੋਂ ਆਰੋਨ ਮਹਿਸੂਸ ਕਰਦਾ ਹੈ ਕਿ ਉਸ ਦਾ ਹੱਥ ਇਸ ਸਥਾਨ ਤੋਂ ਨਹੀਂ ਨਿਕਲ ਸਕਦਾ, ਇਸ ਲਈ ਉਹ ਮਦਦ ਲਈ ਉਹਨਾਂ ਦੋਹਾਂ ਕੁੜੀਆਂ ਨੂੰ ਉੱਚੀ ਆਵਾਜ਼ ਵਿੱਚ ਬੁਲਾਉਣ ਲੱਗ ਪੈਂਦਾ ਹੈ। ਬਦਕਿਸਮਤੀ ਨਾਲ ਉਸ ਦੀ ਆਵਾਜ਼ ਉਸ ਥਾਂ ਤੋਂ ਗੂੰਜ ਨਹੀਂ ਸਕੀ, ਕਿਉਂਕਿ ਇਹ ਤੰਗ ਪਹਾੜੀ ਸੀ ਜਿੱਥੇ ਕੋਈ ਵੀ ਮਨੁੱਖ ਜਾਂ ਜਾਨਵਰ, ਇੱਥੋਂ ਤੱਕ ਕਿ ਪੰਛੀਆਂ ਦੀ ਮੌਜੂਦਗੀ ਨੂੰ ਦੂਰੀ ਤੇ ਨਹੀਂ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਆਰੋਨ ਨੇ ਆਪਣਾ ਬੈਗ ਅਤੇ ਹਾਈਕਿੰਗ ਦੇ ਸਾਰੇ ਸਮਾਨ ਨੂੰ ਖੋਲ੍ਹਿਆ ਜੋ ਉਸ ਕੋਲ ਸੀ। ਉਹ ਆਪਣੇ ਬੈਗ ਵਿੱਚੋਂ ਸਭ ਕੁਝ ਬਾਹਰ ਕੱਢਦਾ ਹੈ। ਉਸ ਨੂੰ ਕਿਸੇ ਵੀ ਕੀਮਤ ਤੇ ਇਸ ਸਥਾਨ ਤੋਂ ਬਾਹਰ ਨਿਕਲਣਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਇੱਥੇ ਕਈ ਮਹੀਨਿਆਂ ਤੱਕ ਕੋਈ ਨਹੀਂ ਆ ਸਕਦਾ। ਉਸ ਸਾਮਾਨ ਵਿੱਚ ਚਾਕੂ ਵੀ ਹੈ ਜੋ ਉਸਨੇ ਬੈਗ ਵਿੱਚੋਂ ਬਾਹਰ ਲਿਆਂਦਾ ਹੈ। ਫਿਰ ਉਹ ਉਸ ਚਾਕੂ ਦੀ ਮਦਦ ਨਾਲ ਇੱਕ ਪਾਸੇ ਚੱਟਾਨ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ, ਪਰ ਇਹ ਚੱਟਾਨ ਬਹੁਤ ਠੋਸ ਸੀ। ਇਹ ਇੰਨਾ ਠੋਸ ਹੈ ਕਿਉਂਕਿ ਇਸ ਦਾ ਕੋਈ ਪ੍ਰਭਾਵ ਨਹੀਂ ਹੋ ਰਿਹਾ, ਇਸ ਲਈ ਉਹ ਖੱਬੇ ਹੱਥ ਨਾਲ ਕੋਸ਼ਿਸ਼ ਕਰ ਰਿਹਾ ਸੀ। ਇਸ ਦੇ ਬਾਵਜੂਦ ਆਰੋਨ ਹਿੰਮਤ ਨਹੀਂ ਹਾਰਦਾ ਅਤੇ ਉਹ ਲਗਾਤਾਰ ਉਸ ਚੱਟਾਨ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਉਸ ਦਾ ਚਾਕੂ ਉਸ ਦੇ ਹੱਥ ਤੋਂ ਤਿਲਕ ਕੇ ਹੇਠਾਂ ਡਿੱਗ ਪਿਆ। ਹੁਣ ਉਹ ਉਸ ਚਾਕੂ ਨੂੰ ਆਪਣੇ ਹੱਥ ਨਾਲ ਨਹੀਂ ਫੜ ਸਕਦਾ ਕਿਉਂਕਿ ਚਾਕੂ ਉਸ ਤੋਂ ਦੂਰੀ ਤੇ ਹੈ, ਪਰ ਉਹ ਇਸ ਚਾਕੂ ਨੂੰ ਕਿਸੇ ਤਰੀਕੇ ਨਾਲ ਸਮਝਦਾਰੀ ਨਾਲ ਆਪਣੇ ਵੱਲ ਖਿੱਚਦਾ ਹੈ ਅਤੇ ਉਹ ਚੱਟਾਨ ਨੂੰ ਦੁਬਾਰਾ ਕੱਟਣਾ ਸ਼ੁਰੂ ਕਰਦਾ ਹੈ, ਪਰ ਕੋਈ ਫਾਇਦਾ ਨਹੀਂ ਹੋਇਆ। ਉਹ ਚੱਟਾਨ ਇੰਨਾ ਠੋਸ ਸੀ ਕਿ ਚਾਕੂ ਦੀ ਤਿੱਖਾਪਨ ਪੂਰੀ ਤਰ੍ਹਾਂ ਖਤਮ ਹੋ ਗਈ ਸੀ। ਦੇਖਦੇ ਦੇਖਦੇ ਰਾਤ ਹੋ ਜਾਂਦੀ ਹੈ। ਕਈ ਘੰਟੇ ਬੀਤ ਚੁੱਕੇ ਸਨ ਕਿ ਆਰੋਨ ਇੱਥੇ ਫਸ ਗਿਆ ਸੀ।
ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ਤੋਂ ਕਿਵੇਂ ਬਾਹਰ ਨਿਕਲ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਅਗਲੀ ਸਵੇਰ ਵੀ ਆ ਜਾਂਦੀ ਹੈ। ਹੁਣ 25 ਘੰਟੇ ਬੀਤ ਚੁੱਕੇ ਸਨ ਕਿ ਆਰੋਨ ਇੱਥੇ ਫਸ ਗਿਆ ਸੀ। ਉਸ ਨੂੰ ਇਸ ਥਾਂ ਤੋਂ ਨਿਕਲਣ ਦਾ ਕੋਈ ਰਸਤਾ ਨਹੀਂ ਮਿਲ ਰਿਹਾ ਸੀ। ਫਿਰ ਉਹ ਆਪਣਾ ਕੈਮਰਾ ਚਾਲੂ ਕਰਦਾ ਹੈ ਅਤੇ ਇਸ ਵਿੱਚ ਰਿਕਾਰਡਿੰਗ ਸ਼ੁਰੂ ਕਰਦਾ ਹੈ, ਜਿਸ ਵਿੱਚ ਉਹ ਰਿਕਾਰਡ ਕਰਦਾ ਹੈ ਕਿ ਮੈਂ ਪਿਛਲੇ 25 ਘੰਟਿਆਂ ਤੋਂ ਇੱਥੇ ਫਸਿਆ ਹੋਇਆ ਹਾਂ ਅਤੇ ਕੋਈ ਨਹੀਂ ਜਾਣਦਾ ਕਿ ਮੈਂ ਇੱਥੇ ਹਾਂ, ਕਿਉਂਕਿ ਮੈਂ ਇੱਥੇ ਆਉਣ ਤੋਂ ਪਹਿਲਾਂ ਕਿਸੇ ਨੂੰ ਨਹੀਂ ਸੀ ਦੱਸਿਆ ਅਤੇ ਮੇਰੇ ਕੋਲ ਇਸ ਵੇਲੇ ਖਾਣ ਵਾਲੀਆਂ ਚੀਜ਼ਾਂ ਦੀ ਕਮੀ ਵੀ ਸੀ ਅਤੇ ਪੀਣ ਲਈ ਸਿਰਫ 400 ਤੋਂ 500 ਮਿਲੀਲੀਟਰ ਪਾਣੀ ਹੈ। ਜਦੋਂ ਉਹ ਇਹ ਰਿਕਾਰਡ ਕਰ ਰਿਹਾ ਹੁੰਦਾ ਹੈ ਤਾਂ ਉਹ ਉੱਪਰੋਂ ਕਿਸੇ ਦੀ ਆਵਾਜ਼ ਸੁਣਦਾ ਹੈ। ਨਤੀਜੇ ਵਜੋਂ ਆਰੋਨ ਮਦਦ ਲਈ ਉੱਚੀ ਆਵਾਜ਼ ਵਿੱਚ ਚੀਕਣਾ ਸ਼ੁਰੂ ਕਰਦਾ ਹੈ, ਪਰ ਉਸ ਦਾ ਰੌਲਾ ਬੇਕਾਰ ਸਾਬਤ ਹੁੰਦਾ ਹੈ ਕਿਉਂਕਿ ਉੱਥੇ ਕੋਈ ਨਹੀਂ ਹੈ। ਕੁਝ ਘੰਟਿਆਂ ਬਾਅਦ ਰਾਤ ਫਿਰ ਪੈ ਜਾਂਦੀ ਹੈ ਅਤੇ ਆਰੋਨ ਨੂੰ ਭੁੱਖ ਲੱਗਦੀ ਹੈ ਅਤੇ ਖਾਣ ਵਾਲੀਆਂ ਚੀਜ਼ਾਂ ਜੋ ਬਚੀਆਂ ਸੀ ਉਹ ਖਾਣ ਲੱਗਦਾ ਹੈ। ਫਿਰ ਉਹ ਯਾਦ ਕਰਦਾ ਹੈ ਕਿ ਮੈਨੂੰ ਅੱਜ ਰਾਤ ਦੇ ਖਾਣੇ ਤੇ ਉਹਨਾਂ ਕੁੜੀਆਂ ਦੁਆਰਾ ਭੁਲਾਇਆ ਗਿਆ ਹੈ, ਉੱਥੇ ਜ਼ਰੂਰ ਵਾਈਨ ਹੋਵੇਗੀ। ਫਿਰ ਆਰੋਨ ਉਸ ਪਾਰਟੀ ਨੂੰ ਯਾਦ ਕਰਨਾ ਸ਼ੁਰੂ ਕਰਦਾ ਹੈ। ਉਹ ਉਸ ਦਿਨ ਨੂੰ ਵੀ ਯਾਦ ਕਰਦਾ ਹੈ ਜਦੋਂ ਉਹ ਸ਼ਨੀਵਾਰ ਨੂੰ ਹਾਈਕਿੰਗ ਲਈ ਆਪਣਾ ਘਰ ਛੱਡ ਰਿਹਾ ਸੀ, ਜਿੱਥੇ ਉਸ ਦੀ ਮਾਂ ਦਾ ਕਾਲ ਵੀ ਉਸ ਨੂੰ ਵੱਜ ਰਿਹਾ ਸੀ, ਪਰ ਉਹ ਉਸ ਦੀ ਕਾਲ ਨਹੀਂ ਚੁੱਕਦਾ ਅਤੇ ਇਹ ਖੁਲਾਸਾ ਨਹੀਂ ਕਰਦਾ ਕਿ ਉਹ ਹਾਈਕਿੰਗ ਲਈ ਜਾ ਰਿਹਾ ਹੈ। ਜੇ ਆਰੋਨ ਨੇ ਆਪਣੀ ਮਾਂ ਨੂੰ ਦੱਸਿਆ ਹੁੰਦਾ ਤਾਂ ਉਹ ਉਸ ਦੀ ਖੋਜ ਕਰਦੇ ਹੋਏ ਇੱਥੇ ਆ ਸਕਦੀ ਸੀ। ਤੀਜੇ ਦਿਨ ਸੋਮਵਾਰ ਆਰੋਨ ਰੱਸੇ ਦੀਆਂ ਤਾਰਾਂ ਬਣਾਉਂਦਾ ਹੈ। ਉਹ ਰੱਸੀ ਦੀ ਮਦਦ ਨਾਲ ਉਸ ਚੱਟਾਨ ਨੂੰ ਖਿੱਚਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਹ ਚੱਟਾਨ ਉਸ ਦੀ ਸਖਤ ਮਿਹਨਤ ਦੇ ਬਾਵਜੂਦ ਆਪਣੇ ਸਥਾਨ ਤੋਂ ਨਹੀਂ ਹਟਦਾ। ਬਾਅਦ ਵਿੱਚ ਉਹ ਰੱਸੀ ਦੇ ਉਸ ਕਿਨਾਰੇ ਨੂੰ ਆਪਣੇ ਪੈਰਾਂ ਵਿੱਚ ਫਸਾਉਂਦੇ ਹੋਏ ਉਸ ਚੱਟਾਨ ਨੂੰ ਹਿਲਾਉਣ ਲਈ ਕੋਸ਼ਿਸ਼ ਕਰਦਾ ਹੈ, ਪਰ ਇਹ ਕੋਸ਼ਿਸ਼ ਵੀ ਇਸ ਸਮੇਂ ਬੇਕਾਰ ਹੀ ਰਹਿ ਗਈ। ਹੁਣ ਉਸ ਦਾ ਪੀਣ ਵਾਲਾ ਪਾਣੀ ਵੀ ਖਤਮ ਹੋ ਗਿਆ ਸੀ। ਹੁਣ ਉਸ ਕੋਲ ਇੱਥੇ ਖਾਲੀ ਸਮਾਂ ਹੈ ਕਿਉਂਕਿ ਉਸ ਕੋਲ ਕਰਨ ਲਈ ਕੁਝ ਨਹੀਂ ਹੈ। ਇਸ ਲਈ ਉਹ ਇੱਥੇ ਸਾਰੀਆਂ ਚੀਜ਼ਾਂ ਨੂੰ ਦੇਖ ਰਿਹਾ ਸੀ, ਜਿਵੇਂ ਇੱਕ ਪੰਛੀ ਅਸਮਾਨ ਵਿੱਚ ਉੱਡ ਰਿਹਾ ਹੈ। ਉਹ ਇੱਥੋਂ ਹਿੱਲ ਵੀ ਨਹੀਂ ਸਕਦਾ ਅਤੇ ਕੁਝ ਖਤਰਨਾਕ ਕੀੜੇ ਵੀ ਉੱਥੇ ਆਉਂਦੇ ਰਹਿੰਦੇ ਹਨ। ਜੇ ਉਹ ਉਹਨਾਂ ਕੀੜਿਆਂ ਨੂੰ ਮਾਰਨ ਤੋਂ ਬਾਅਦ ਖਾਣਾ ਚਾਹੁੰਦਾ ਹੈ, ਫਿਰ ਉਸ ਨੂੰ ਉਹਨਾਂ ਦੇ ਆਉਣ ਦੀ ਉਡੀਕ ਕਰਨੀ ਪਵੇਗੀ ਅਤੇ ਆਰੋਨ ਨੂੰ ਪਹਾੜੀ ਵਿੱਚ ਸਿਰਫ 15 ਮਿੰਟ ਸੂਰਜ ਦੀ ਰੋਸ਼ਨੀ ਮਿਲਦੀ ਹੈ, ਕਿਉਂਕਿ ਸੂਰਜ ਦੀ ਰੋਸ਼ਨੀ ਬਾਅਦ ਵਿੱਚ ਉੱਥੋਂ ਹਟ ਜਾਂਦੀ ਹੈ। ਹੁਣ ਆਰੋਨ ਇਸ ਮਾਹੌਲ ਵਿੱਚ ਭੁੱਖ ਅਤੇ ਪਿਆਸ ਕਾਰਨ ਪਰੇਸ਼ਾਨ ਹੋ ਗਿਆ ਸੀ। ਇਸ ਲਈ ਉਹ ਹੁਣ ਆਪਣਾ ਹੱਥ ਕੱਟਣ ਦਾ ਫੈਸਲਾ ਕਰਦਾ ਹੈ। ਇਸ ਲਈ ਉਹ ਆਪਣੀ ਬਾਂਹ ਨੂੰ ਕੱਸ ਕੇ ਬੰਨ੍ਹਦਾ ਹੈ ਅਤੇ ਉਹ ਚਾਕੂ ਨਾਲ ਆਪਣੀ ਬਾਂਹ ਨੂੰ ਕੱਟਣ ਦੀ ਕੋਸ਼ਿਸ਼ ਕਰਦਾ ਹੈ, ਪਰ ਉਸ ਚਾਕੂ ਦਾ ਤਿੱਖਾਪਨ ਖਤਮ ਹੋ ਚੁੱਕਿਆ ਸੀ। ਇਸ ਲਈ ਉਸ ਦੀ ਚਮੜੀ ਦੀ ਪਤਲੀ ਪਰਤ ਉਸ ਚਾਕੂ ਨਾਲ ਨਹੀਂ ਕੱਟ ਰਹੀ ਸੀ। ਇਸ ਤੇ ਨਿਰਾਸ਼ ਹੋ ਕੇ ਆਰੋਨ ਨੇ ਆਪਣੇ ਕੈਮਰੇ ਵਿੱਚ ਰਿਕਾਰਡ ਕੀਤਾ, ਕਦੇ ਵੀ ਸਸਤੇ ਔਜ਼ਾਰ ਨਾ ਖਰੀਦੋ ਕਿਉਂਕਿ ਉਹ ਬੇਕਾਰ ਹਨ। ਇਸ ਤਰ੍ਹਾਂ ਇੱਕ ਹੋਰ ਦਿਨ ਲੰਘ ਜਾਂਦਾ ਹੈ। ਜਦੋਂ ਰਾਤ ਹੁੰਦੀ ਹੈ, ਆਰੋਨ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰ ਰਿਹਾ ਸੀ। ਉਹ ਆਪਣੇ ਪਰਿਵਾਰ, ਨਜ਼ਦੀਕੀ ਦੋਸਤਾਂ ਅਤੇ ਹੋਰ ਬਹੁਤ ਸਾਰੇ ਦੋਸਤਾਂ ਨੂੰ ਮਿਸ ਕਰ ਰਿਹਾ ਹੈ। ਫਿਰ ਅਸਮਾਨ 'ਚ ਬਾਦਲ ਆ ਜਾਂਦੇ ਹੈ ਜਦੋਂ ਉਹ ਉਹਨਾਂ ਨੂੰ ਯਾਦ ਕਰ ਰਿਹਾ ਹੁੰਦਾ ਹੈ। ਦੇਖਦੇ-ਦੇਖਦੇ ਭਾਰੀ ਮੀਂਹ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਆਰੋਨ ਕੋਲ ਪਾਣੀ ਖਤਮ ਹੋ ਗਿਆ ਸੀ, ਇਸ ਲਈ ਉਹ ਆਪਣੀ ਬੋਤਲ 'ਚ ਪਾਣੀ ਭਰਨ ਲੱਗਦਾ ਹੈ ਅਤੇ ਉਹਨਾਂ ਤੰਗ ਪਹਾੜੀ ਵਿੱਚ ਪਾਣੀ ਦਾ ਆਉਣਾ ਵੀ ਸ਼ੁਰੂ ਹੋ ਗਿਆ ਹੈ, ਜਿੱਥੇ ਆਰੋਨ ਫਸਿਆ ਹੋਇਆ ਸੀ। ਹੁਣ ਪਾਣੀ ਉੱਥੇ ਵੱਧ ਰਿਹਾ ਸੀ, ਜਿਹਦੇ ਕਾਰਨ ਆਰੋਨ ਇਸ ਵਿੱਚ ਡੁੱਬਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਪਾਣੀ ਦੀ ਗ੍ਰੈਵਿਟੀ ਘੱਟ ਹੁੰਦੀ ਹੈ, ਇਸ ਲਈ ਚੀਜ਼ਾਂ ਇਸ ਤੇ ਤੈਰਨਾ ਸ਼ੁਰੂ ਕਰਦੀਆਂ ਹਨ। ਇਸ ਲਈ ਆਰੋਨ ਪਾਣੀ ਵਿੱਚ ਉਸ ਚੱਟਾਨ ਨੂੰ ਚੁੱਕਣ ਦੀ ਕੋਸ਼ਿਸ਼ ਕਰਦਾ ਹੈ।
ਬਹੁਤ ਕੋਸ਼ਿਸ਼ ਕਰਨ ਤੋਂ ਬਾਅਦ ਉਸ ਚਟਾਨ ਨੂੰ ਚੁੱਕ ਲੈਂਦਾ ਹੈ। ਇਸ ਕਾਰਨ ਉਸ ਦਾ ਹੱਥ ਵੀ ਉਸੇ ਵੇਲੇ ਛੁੱਟ ਜਾਂਦਾ ਹੈ। ਫਿਰ ਆਰੋਨ ਉਸ ਜਗ੍ਹਾ ਤੋਂ ਬਾਹਰ ਆ ਕੇ ਆਪਣੀ ਕਾਰ ਵੱਲ ਦੌੜਦਾ ਹੈ। ਉਹ ਆਪਣੀ ਕਾਰ ਵਿੱਚ ਜਾ ਕੇ ਦੂਰ ਚਲਾ ਗਿਆ। ਪਰ ਇਹ ਸਿਰਫ ਉਸ ਦਾ ਸੁਪਨਾ ਸੀ, ਕਿਉਂਕਿ ਇਹ ਅਜਿਹਾ ਨਹੀਂ ਹੈ। ਉਹ ਅਜੇ ਵੀ ਪਹਾੜੀ ਵਿੱਚ ਫਸਿਆ ਹੋਇਆ ਸੀ। ਹੁਣ ਉਹ ਇੱਕ ਵਾਰ ਹੋਰ ਉੱਚੀ ਆਵਾਜ਼ ਮਾਰਨੀ ਸ਼ੁਰੂ ਕਰਦਾ ਹੈ। ਉਹ ਭੁਲੇਖਾ ਪਾਉਣਾ ਸ਼ੁਰੂ ਕਰਦਾ ਹੈ ਕਿਉਂਕਿ ਕਈ ਦਿਨ ਫਸਣ ਵਿੱਚ ਲੰਘ ਗਏ ਸਨ। 4 ਦਿਨ ਬੀਤ ਚੁੱਕੇ ਸਨ ਕਿ ਆਰੋਨ ਇੱਥੇ ਫਸ ਗਿਆ। ਹੁਣ ਉਸ ਦਾ 5ਵਾਂ ਦਿਨ ਹੈ, ਇਸ ਲਈ ਉਸ ਦਾ ਵਿਵਹਾਰ ਅਤੇ ਮਾਨਸਿਕਤਾ ਕਾਫੀ ਹੱਦ ਤੱਕ ਬਦਲ ਗਈ ਹੈ। ਹੁਣ ਉਹ ਇਕੱਲਾ ਗੱਲਬਾਤ, ਟਿੱਪਣੀ ਅਤੇ ਹੱਸਦਾ ਹੈ ਅਤੇ ਇਹ ਵੀ ਦੱਸਦਾ ਹੈ, ਜੇ ਮੈਂ ਉਸ ਦਿਨ ਮੇਰੀ ਮਾਂ ਦਾ ਕਾਲ ਚੁੱਕਿਆ ਹੁੰਦਾ ਜਾਂ ਮੈਂ ਉਸ ਨੂੰ ਦੱਸਿਆ ਹੁੰਦਾ ਮੈਂ ਇੱਥੇ ਆ ਰਿਹਾ ਹਾਂ ਤਾਂ ਮੈਂ ਇੱਥੇ ਫਸਿਆ ਨਹੀਂ ਰਹਿੰਦਾ। ਅਤੇ ਉਹ ਦੁਕਾਨ ਜਿੱਥੇ ਮੈਂ ਹਾਈਕਿੰਗ ਦੀਆਂ ਜ਼ਰੂਰੀ ਚੀਜ਼ਾਂ ਖਰੀਦੀਆਂ ਸਨ, ਮੈਂ ਉਸ ਨੂੰ ਕੁਝ ਵੀ ਨਹੀਂ ਦੱਸਿਆ। ਜੇ ਉਸ ਨੂੰ ਇਸ ਬਾਰੇ ਪਤਾ ਹੁੰਦਾ ਤਾਂ ਉਹ ਮੇਰੇ ਗੁੰਮ ਹੋਣ ਦੀ ਰਿਪੋਰਟ ਕਰ ਸਕਦਾ ਸੀ। ਇਸ ਕਾਰਨ ਕੋਈ ਵੀ ਉਸ ਨੂੰ ਇੱਥੇ ਖੋਜਣ ਲਈ ਆ ਸਕਦਾ ਸੀ। ਆਰੋਨ ਇੱਥੇ ਆਪਣੇ ਮਾਤਾ-ਪਿਤਾ ਨੂੰ ਕਹਿੰਦਾ ਹੈ, ਮੈਨੂੰ ਤੁਹਾਡੇ ਨਾਲ ਬਹੁਤ ਪਿਆਰ ਹੈ। ਅਸਲ ਵਿੱਚ ਆਰੋਨ ਇਸ ਸਭ ਨੂੰ ਰਿਕਾਰਡ ਕਰ ਰਿਹਾ ਹੈ। ਇਸ ਸਥਾਨ ਤੋਂ ਨਿਕਲਣ ਦੀਆਂ ਉਸ ਦੀਆਂ ਸਾਰੀਆਂ ਉਮੀਦਾਂ ਖਤਮ ਹੋ ਗਈਆਂ, ਕਿਉਂਕਿ ਉਹ ਪਿਆਸਾ, ਭੁੱਖਾ ਅਤੇ ਸਰੀਰ ਦੀ ਤਾਕਤ ਖਤਮ ਹੋ ਰਹੀ ਸੀ। ਅਤੇ ਇਸ ਭਾਰੀ ਚੱਟਾਨ ਨੇ ਇੱਥੇ ਆਰੋਨ ਨੂੰ ਕੈਦ ਕੀਤਾ ਸੀ। ਆਰੋਨ ਦੁਬਾਰਾ ਇੱਕ ਵਾਰ ਫਿਰ ਆਪਣਾ ਹੱਥ ਬੰਨ੍ਹਦਾ ਹੈ ਅਤੇ ਚਾਕੂ, ਜਿਸ ਦੀ ਤਿੱਖਾਪਨ ਪੂਰੀ ਤਰ੍ਹਾਂ ਖਤਮ ਹੋ ਗਈ ਹੈ, ਉਹ ਇਸ ਦੀ ਮਦਦ ਨਾਲ ਆਪਣਾ ਹੱਥ ਤੋੜਨ ਦੀ ਕੋਸ਼ਿਸ਼ ਨਹੀਂ ਕਰਦਾ, ਪਰ ਉਹ ਚਾਕੂ ਦੇ ਅਗਲੇ ਪਾਸੇ ਨਾਲ ਆਪਣੇ ਹੱਥ ਤੇ ਚਾਕੂ ਮਾਰਨਾ ਸ਼ੁਰੂ ਕਰ ਦਿੰਦਾ ਹੈ। ਉਹ ਚਾਕੂ ਨੂੰ ਆਪਣੇ ਹੱਥ ਵਿੱਚ ਇੰਨਾ ਡੂੰਘਾ ਮਾਰਦਾ ਹੈ ਕਿ ਇਹ ਉਸ ਦੇ ਹੱਥ ਦੀ ਹੱਡੀ ਵਿੱਚ ਚਲਾ ਜਾਂਦਾ ਹੈ। ਇਸ ਕਾਰਨ ਉਸ ਦੇ ਹੱਥ ਤੋਂ ਖੂਨ ਨਿਕਲਣਾ ਸ਼ੁਰੂ ਹੋ ਗਿਆ। ਪਰ ਆਰੋਨ ਹੋਰ ਕੋਈ ਕਦਮ ਨਹੀਂ ਚੁੱਕਦਾ। ਇਸ ਤਰ੍ਹਾਂ ਇੱਕ ਹੋਰ ਦਿਨ ਲੰਘ ਜਾਂਦਾ ਹੈ। ਆਰੋਨ ਦੀ ਸਥਿਤੀ 6ਵੇਂ ਦਿਨ ਦੇ ਆਉਣ ਤੇ ਸਭ ਤੋਂ ਖਰਾਬ ਹੋ ਜਾਂਦੀ ਹੈ। ਉਹ ਕਮਜ਼ੋਰ ਹੋ ਗਿਆ ਸੀ। ਉਹ ਮਰ ਜਾਵੇਗਾ ਜੇਕਰ ਉਹ ਇੱਥੋਂ ਨਹੀਂ ਨਿਕਲਿਆ। ਆਰੋਨ ਇਹ ਵੀ ਸੋਚਦਾ ਹੈ ਕਿ ਇਹ ਚੱਟਾਨ ਪੂਰੀ ਜ਼ਿੰਦਗੀ ਤੋਂ ਮੇਰਾ ਇੰਤਜ਼ਾਰ ਕਰ ਰਹੀ ਹੈ। ਇਹ ਪਹਾੜੀ ਮੇਰੇ ਜਨਮ ਤੋਂ ਮੇਰੀ ਉਡੀਕ ਕਰ ਰਹੀ ਸੀ। ਮੇਰੀ ਮੰਜ਼ਿਲ ਸ਼ਾਇਦ ਇੱਥੇ ਤੱਕ ਹੈ। ਉਹ ਉਸ ਚੱਟਾਨ ਤੇ ਲਿਖਦਾ ਹੈ, ਰੈਸਟ ਇਨ ਪੀਸ, ਕਿਉਂਕਿ ਉਸ ਨੂੰ ਪੂਰਾ ਯਕੀਨ ਸੀ ਕਿ ਉਹ ਇੱਥੋਂ ਜ਼ਿੰਦਾ ਨਹੀਂ ਜਾ ਸਕੇਗਾ। ਇਸ ਨਾਲ ਉਸ ਦੀ ਸਾਰੀ ਹਿੰਮਤ ਖਤਮ ਹੋ ਗਈ ਸੀ। ਉਹ ਵੀ ਬਹੁਤ ਥੱਕ ਗਿਆ ਸੀ। ਅਗਲੇ ਦਿਨ ਜਦੋਂ ਉਹਨੂੰ ਥੋੜੀ ਹੋਸ਼ ਆਉਂਦੀ ਹੈ ਤੇ ਉਹ ਕੁਝ ਮਹਿਸੂਸ ਕਰਨਾ ਸ਼ੁਰੂ ਕਰਦਾ ਹੈ। ਫਿਰ ਉਹ ਇੱਕ ਛੋਟੇ ਬੱਚੇ ਦੀ ਝਲਕ ਪਾਉਂਦਾ ਹੈ। ਆਰੋਨ ਨੂੰ ਆਪਦਾ ਫਿਊਚਰ ਪੁੱਤਰ ਦਿਖਦਾ ਹੈ ਕਿ ਉਹ ਆਪਣੇ ਪੁੱਤਰ ਨਾਲ ਖੇਡ ਰਿਹਾ ਹੈ। ਇਸ ਕਾਰਨ ਉਹ ਭਾਵੁਕ ਹੋ ਜਾਂਦਾ ਹੈ। ਇਸ ਲਈ ਉਸ ਵਿੱਚ ਇੱਕ ਸ਼ਕਤੀ ਪੈਦਾ ਹੋ ਜਾਂਦੀ ਹੈ। ਇਸ ਲਈ ਉਹ ਆਪਣੇ ਫਸੇ ਹੋਏ ਹੱਥ ਨੂੰ ਉਲਟ ਪਾਸੇ ਵੱਲ ਧੱਕਣਾ ਸ਼ੁਰੂ ਕਰ ਦਿੰਦਾ ਹੈ। ਅਜਿਹਾ ਕਰਨ ਨਾਲ ਉਸ ਦੇ ਹੱਥ ਦੀ ਹੱਡੀ ਟੁੱਟ ਜਾਂਦੀ ਹੈ ਅਤੇ ਚਾਕੂ ਜੋ ਉਸ ਕੋਲ ਸੀ, ਉਸਨੇ ਇਸ ਨੂੰ ਤਿੱਖਾ ਵੀ ਕਰ ਲਿਆ ਹੈ ਅਤੇ ਉਸਨੇ ਹੌਲੀ-ਹੌਲੀ ਆਪਣਾ ਹੱਥ ਕੱਟਣਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਉਹ ਆਪਣੇ ਸਰੀਰ ਤੋਂ ਹੱਥ ਨੂੰ ਕੱਟ ਲੈਂਦਾ ਹੈ ਅਤੇ ਉਹ 6ਵੇਂ ਦਿਨ ਆਪਣਾ ਹੱਥ ਕੱਟਣ ਤੋਂ ਬਾਅਦ ਆਪਣੇ ਆਪ ਨੂੰ ਇਸ ਚੱਟਾਨ ਤੋਂ ਆਜ਼ਾਦ ਕਰ ਲੈਂਦਾ ਹੈ। ਉਹ ਇਸ ਸਥਾਨ ਤੋਂ ਨਿਕਲਣ ਤੋਂ ਪਹਿਲਾਂ ਆਪਣੇ ਹੱਥ ਦੀ ਫੋਟੋ ਵੀ ਲੈਂਦਾ ਹੈ। ਉਹ ਹੱਥ ਜੋ ਅਜੇ ਵੀ ਉਸ ਚੱਟਾਨ ਵਿੱਚ ਫਸਿਆ ਹੋਇਆ ਹੈ। ਹੁਣ ਆਰੋਨ ਬਹੁਤ ਮੁਸ਼ਕਲ ਨਾਲ ਇਸ ਪਹਾੜੀ ਤੋਂ ਬਾਹਰ ਆਉਂਦਾ ਹੈ ਅਤੇ ਉਸਨੇ ਉਸ ਜਗ੍ਹਾ ਤੋਂ ਬਾਹਰ ਆਉਂਦਿਆਂ ਦੇਖਿਆ ਕਿ ਉੱਥੇ ਅਜੇ ਵੀ ਬਰਸਾਤੀ ਪਾਣੀ ਖੜ੍ਹਾ ਹੈ। ਫਿਰ ਆਰੋਨ ਉੱਥੇ ਜਾ ਕੇ ਬਹੁਤ ਸਾਰਾ ਪਾਣੀ ਪੀਣਾ ਸ਼ੁਰੂ ਕਰ ਦਿੰਦਾ ਹੈ, ਕਿਉਂਕਿ ਉਸਨੇ ਪਿਛਲੇ 6 ਦਿਨਾਂ ਤੋਂ ਕੁਝ ਵੀ ਨਹੀਂ ਖਾਧਾ ਅਤੇ ਨਾ ਹੀ ਪਾਣੀ ਪੀਤਾ ਸੀ। ਇਸ ਲਈ ਉਹ ਅੱਜ ਆਪਣੀ ਪਿਆਸ ਬੁਝਾਉਂਦਾ ਹੈ। ਬਾਅਦ ਵਿੱਚ ਉਹ ਅੱਗੇ ਵਧਦਾ ਹੈ। ਉਹ ਆਕਾਸ਼ ਵਿੱਚ ਉੱਡਦੇ ਪੰਛੀ ਦੇਖ ਰਿਹਾ ਹੈ। ਉੱਥੇ ਉਹ ਉਸ ਪੰਛੀ ਨੂੰ ਵੀ ਦੇਖਦਾ ਹੈ ਜਿਸ ਨੂੰ ਉਹ ਹਰ ਰੋਜ਼ ਮਾਊਂਟੇਨ ਏਰੀਆ ਤੋਂ ਦੇਖਦਾ ਸੀ।
ਅਤੇ ਉਹ ਅੱਜ ਉਸ ਪੰਛੀ ਵਾਂਗ ਆਪਣੇ ਆਪ ਨੂੰ ਆਜ਼ਾਦ ਸਮਝ ਰਿਹਾ ਸੀ। ਪਰ ਅਜੇ ਵੀ ਉਸ ਜਗ੍ਹਾ ਤੋਂ ਬਾਹਰ ਆਉਣਾ ਆਸਾਨ ਨਹੀਂ ਸੀ, ਕਿਉਂਕਿ ਉਹ ਸਥਾਨ ਬਹੁਤ ਬੰਜਰ ਸੀ। ਪਰ ਆਰੋਨ ਅਜੇ ਵੀ ਹਿੰਮਤ ਨਹੀਂ ਹਾਰਦਾ, ਪਰ ਉਹ ਦਰਦ ਵਿੱਚ ਹੋਣ ਦੇ ਬਾਵਜੂਦ ਅੱਗੇ ਵਧਣਾ ਸ਼ੁਰੂ ਕਰ ਦਿੰਦਾ ਹੈ। ਫਿਰ ਉਹ ਉੱਥੇ ਇੱਕ ਪਰਿਵਾਰ ਨੂੰ ਦੇਖਦਾ ਹੈ ਜੋ ਇੱਥੇ ਹਾਈਕਿੰਗ ਲਈ ਆਏ ਸੀ। ਫਿਰ ਆਰੋਨ ਉਹਨਾਂ ਨੂੰ ਆਵਾਜ਼ ਮਾਰਦਾ ਹੈ ਅਤੇ ਉਹ ਉਸ ਵੱਲ ਭੱਜਦੇ ਹਨ। ਉਹ ਆਰੋਨ ਦੀ ਮਦਦ ਲਈ ਸੁਰੱਖਿਆ ਨੂੰ ਕਾਲ ਕਰਦੇ ਹਨ। ਫਿਰ ਇੱਕ ਹੈਲੀਕਾਪਟਰ ਉੱਥੇ ਉਤਰਦਾ ਹੈ। ਫਿਰ ਆਰੋਨ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਲਿਆਂਦਾ ਗਿਆ। ਫਿਰ ਕਈ ਦਿਨਾਂ ਦੇ ਬਾਅਦ ਦਾ ਸੀਨ ਦਿਖਾਇਆ ਜਾਂਦਾ ਹੈ ਜਿੱਥੇ ਆਰੋਨ ਪੂਰੀ ਤਰ੍ਹਾਂ ਠੀਕ ਹੋ ਗਿਆ। ਆਰੋਨ ਨੇ ਜੋ ਬੱਚੇ ਦੀਆਂ ਵਿਜ਼ੂਅਲ ਤਸਵੀਰਾਂ ਵੇਖਿਆ ਸੀਗੀਆਂ ਉਹ ਸੱਚ ਹੋ ਜਾਂਦੀਆਂ ਹੈ, ਕਿਉਂਕਿ ਆਰੋਨ 3 ਸਾਲ ਬਾਅਦ ਇੱਕ ਕੁੜੀ ਨੂੰ ਮਿਲਦਾ ਹੈ ਅਤੇ ਉਹਨਾਂ ਦੋਵਾਂ ਦਾ ਵਿਆਹ ਹੋ ਜਾਂਦਾ ਹੈ। ਇਸ ਤੋਂ ਬਾਅਦ ਆਰੋਨ ਦਾ ਬੱਚਾ ਜੀਵਨ ਵਿੱਚ ਆਉਂਦਾ ਹੈ ਜੋ ਉਸੇ ਬੱਚੇ ਵਰਗਾ ਹੁੰਦਾ ਹੈ ਜਿਸ ਨੂੰ ਆਰੋਨ ਨੇ ਵਿਜ਼ੂਅਲ ਕੀਤਾ ਗਿਆ ਸੀ। ਆਰੋਨ ਨੇ ਉਹਨਾਂ 6 ਦਿਨਾਂ ਵਿੱਚ ਮੌਤ ਨੂੰ ਬਹੁਤ ਨਜ਼ਦੀਕ ਤੋਂ ਦੇਖਿਆ ਸੀ। ਇਸ ਦੇ ਬਾਵਜੂਦ ਆਰੋਨ ਆਪਣਾ ਜੋਸ਼ ਨਹੀਂ ਗੁਆਉਂਦਾ। ਉਹ ਅਜੇ ਵੀ ਪਹਾੜ ਉੱਤੇ ਚੜ੍ਹਦਾ ਹੈ ਅਤੇ ਹਾਈਕਿੰਗ ਲਈ ਜਾਣਾ ਜਾਰੀ ਰੱਖਦਾ ਹੈ। ਜਿੱਥੇ ਉਹ ਜਾਂਦਾ ਜ਼ਰੂਰ ਲਿਖਦਾ ਹੈ ਕਿ ਉਸਨੇ ਕਿਹੜੇ ਸਥਾਨਾਂ ਦਾ ਸਫ਼ਰ ਕੀਤਾ ਹੈ। ਆਓ ਇੱਥੇ ਹੈਰਾਨ ਕਰਨ ਵਾਲੀ ਅਸਲੀਅਤ ਦਾ ਖੁਲਾਸਾ ਕਰੀਏ। ਇਹ ਕਹਾਣੀ ਅਸਲ ਜ਼ਿੰਦਗੀ ਦੀ ਕਹਾਣੀ ਤੇ ਆਧਾਰਿਤ ਹੈ। ਇਹ ਸੱਚ ਹੈ ਕਿ ਆਰੋਨ 6 ਦਿਨਾਂ ਤੋਂ ਉਹਨਾਂ ਪਹਾੜੀ ਰਸਤਿਆਂ ਵਿੱਚ ਫਸਿਆ ਹੋਇਆ ਸੀ। ਉਸਨੇ ਆਪਣਾ ਸਮਾਂ ਮੁਸ਼ਕਿਲ ਨਾਲ ਬਿਤਾਇਆ ਸੀ। ਉਸਨੇ ਉਸ ਸਥਾਨ ਦੀਆਂ ਚਟਾਨਾਂ ਤੇ ਆਪਣੀ ਜਨਮ ਅਤੇ ਮੌਤ ਦੀ ਤਾਰੀਖ ਵੀ ਲਿਖੀ ਸੀ, ਕਿਉਂਕਿ ਉਸਨੂੰ ਪੱਕਾ ਯਕੀਨ ਸੀ ਕਿ ਉਹ ਕਦੇ ਵੀ ਇੱਥੋਂ ਜ਼ਿੰਦਾ ਨਹੀਂ ਨਿਕਲੇਗਾ। ਅਤੇ ਜਿਸ ਚਟਾਨ ਦੇ ਹੇਠਾਂ ਆਰੋਨ ਦਾ ਹੱਥ ਆ ਗਿਆ ਸੀ, ਉਸ ਦਾ ਭਾਰ 360 ਕਿਲੋਗ੍ਰਾਮ ਸੀ। ਖਾਣਯੋਗ ਚੀਜ਼ਾਂ ਅਤੇ ਪਾਣੀ ਦੀ ਕਮੀ ਸੀ, ਪਰ ਉਸ ਦੀ ਚੰਗੀ ਗੱਲ ਕਿ ਉਸਨੇ ਹਿੰਮਤ ਨਹੀਂ ਹਾਰੀ। ਇਹੀ ਕਾਰਨ ਸੀ ਕਿ ਉਹ 5 ਦਿਨਾਂ ਤੱਕ ਬਚਿਆ। 6ਵੇਂ ਦਿਨ ਜਦੋਂ ਉਸਨੂੰ ਯਕੀਨ ਸੀ ਕਿ ਉਹ ਨਹੀਂ ਬਚੇਗਾ, ਫਿਰ ਇੱਕ ਸ਼ਕਤੀ ਨੇ ਉਸ ਦੀ ਮਦਦ ਕੀਤੀ ਜਿਸ ਵਿੱਚ ਉਸਨੇ ਆਪਣੇ ਭਵਿੱਖ ਦੇ ਪੁੱਤਰ ਨੂੰ ਦੇਖਿਆ ਸੀ। ਇਸ ਰਾਹੀਂ ਉਸਨੂੰ ਹਿੰਮਤ ਮਿਲੀ ਅਤੇ ਉਹ ਆਖਰਕਾਰ ਉਸ ਥਾਂ ਤੋਂ ਬਾਹਰ ਆਉਣ ਵਿੱਚ ਸਫਲ ਹੋ ਗਿਆ ਸੀ। ਆਰੋਨ ਨੇ ਇਸ ਬਿਆਨ ਨਾਲ ਇੰਟਰਵਿਊ ਵੀ ਕੀਤੀ ਹੈ ਤੇ ਕਿਹਾ ਜੇਕਰ ਉਸਨੇ ਪਹਿਲਾਂ ਆਪਣਾ ਹੱਥ ਕੱਟ ਲੈਂਦਾ ਤੇ ਫਿਰ ਉਸਦਾ ਬਹੁਤ ਸਾਰਾ ਖੂਨ ਬਰਬਾਦ ਹੋ ਜਾਣਾ ਸੀ ਅਤੇ ਉਹ ਇੱਥੋਂ ਆਪਣੇ ਆਪ ਨੂੰ ਬਾਹਰ ਨਹੀਂ ਕੱਢ ਸਕਦਾ ਸੀ। ਜਿਸ ਸਮੇਂ ਉਸਨੇ ਆਪਣਾ ਹੱਥ ਕੱਟਿਆ ਉਸ ਟਾਈਮ ਨਾ ਕੱਟਦਾ ਤਾਂ ਵੀ ਮਰ ਜਾਂਦਾ। ਜਦੋਂ ਉਸਨੇ ਆਪਦਾ ਹੱਥ ਕੱਟਿਆ ਉਸ ਸਮੇਂ ਉਸਦਾ ਸਰੀਰ ਕਮਜ਼ੋਰ ਸੀ, ਇਸ ਲਈ ਉਸਦਾ ਖੂਨ ਜ਼ਿਆਦਾ ਬਰਬਾਦ ਨਹੀਂ ਹੋਇਆ। ਇਹੀ ਕਾਰਨ ਸੀ ਕਿ ਉਹ ਹੱਥ ਕੱਟਣ ਦੇ ਬਾਵਜੂਦ 4 ਘੰਟੇ ਉੱਥੇ ਘੁੰਮਦਾ ਫਿਰਦਾ ਰਿਹਾ। ਨਤੀਜੇ ਵਜੋਂ ਆਰੋਨ ਹਾਰ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦਾ ਹੈ। ਇਸ ਤੋਂ ਬਾਅਦ ਇਹ ਸੀਨ ਦਿਖਾਉਂਦੇ ਹੋਏ ਇਹ ਫਿਲਮ ਇੱਥੇ ਖਤਮ ਹੁੰਦੀ ਹੈ।